हाँ जी, सत श्री अकाल जी सारिਆਂ ਨੂੰ। मैं ਤੁਹਾਡਾ ਆਪਣਾ ਜਸਪ੍ਰੀਤ ਸਿੰਘ ਟਾਨੀ ਐਟ ਲਾਅ ਤੇ ਆਪਣਾ ਜਿਹੜਾ ਇਹ ਵੀਕਲੀ ਅਪਡੇਟਸ ਦਾ ਪ੍ਰੋਗਰਾਮ ਹੈ ਇਮੀਗ੍ਰੇਸ਼ਨ ਦਾ, ਇਹਦੇ ਵਿੱਚ ਆਪਾਂ ਜਿੱਥੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਖਬਰਾਂ ਦੀ, ਉਹਦੇ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਤੇ ਸਾਰਿਆਂ ਤੋਂ ਪਹਿਲਾਂ ਤਾਂ ਖਬਰ ਜਿਹੜੀ ਹੈਗੀ ਆ ਉਹ ਆਈਸ ਤੋਂ ਆ ਕਿ ਇੱਕ ਇੰਸਪੈਕਟਰ ਜਨਰਲ ਦੀ ਰਿਪੋਰਟ ਆਈ ਹੈ ਜਿਹਨੇ ਕਿਹਾ ਕਿ ਆਈਸ ਨੇ ਜਿਹੜੀਆਂ ਬੇਸਿਕ ਫੈਸਿਲਿਟੀ ਸੀਗੀਆਂ ਉਹ ਪ੍ਰੋਵਾਈਡ ਨਹੀਂ ਕੀਤੀਆਂ ਆਪਣੇ ਸੈਂਟਰਾਂ ਦੇ ਵਿੱਚ, ਤੇ ਹਿਊਮਨ ਰਾਈਟ ਅਬਿਊਜ਼ਸ ਵੀ ਹੋਏ ਆ। ਤੇ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ, ਜਿਹੜੀ ਕਿ ਰਿਪੋਰਟ ਅਕਤੂਬਰ 13 ਨੂੰ ਆਈ ਆ, ਕਿ ਕਈ ਬੰਦਿਆਂ ਨੂੰ ਸੈਗਰੀਗੇਸ਼ਨ ਦੇ ਵਿੱਚ ਰੱਖਿਆ ਗਿਆ ਬਿਨਾਂ ਕਿਸੇ ਮਤਲਬ ਤੋਂ। ਉਦੋਂ ਬਾਅਦ ਜਿਹੜੇ ਮੈਡੀਕਲ ਜਿਹੜੀਆਂ ਦਵਾਈਆਂ ਹੁੰਦੀਆਂ ਉਹ ਨਹੀਂ ਦਿੱਤੀਆਂ ਗਈਆਂ, ਫੂਡ ਨਹੀਂ ਦਿੱਤਾ ਗਿਆ। ਉਹਦੇ ਨਾਲ ਠੰਡ ਜਿੱਥੇ ਜ਼ਿਆਦਾ ਸੀਗੀ ਉੱਥੇ ਕੋਈ ਜਿਹੜੇ ਗਰਮ ਕੱਪੜੇ ਜਾਂ ਕੰਬਲ ਵਗੈਰਾ ਪ੍ਰੋਵਾਈਡ ਨਹੀਂ ਕੀਤੇ ਗਏ। ਨਹਾਉਣ ਵਾਸਤੇ ਵੀ ਜਿਹੜਾ ਸਾਬਣ ਵਗੈਰਾ ਜਾਂ ਉਹ ਨਹੀਂ ਦਿੱਤਾ ਗਿਆ, ਅਤੇ ਇਸ ਕਰਕੇ ਉਹਨਾਂ ਨੂੰ ਬਹੁਤ ਇੱਕ ਕਿਸਮ ਦਾ ਮਿਸਟ੍ਰੀਟ ਕੀਤਾ ਗਿਆ ਪਿਛਲੇ ਸਮੇਂ ਦੌਰਾਨ। ਤੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਕਈ ਬੰਦੇ ਜਿਹੜੇ ਬਿਮਾਰ ਸੀ, ਖਾਸ ਕਰਕੇ ਜਿਨ੍ਹਾਂ ਨੂੰ ਕੋਈ ਬਾਈਪੋਲਰ ਸੀਗਾ ਡਿਸਆਰਡਰ ਜਾਂ ਡਿਪਰੈਸ਼ਨ ਸੀ, ਉਹਨਾਂ ਦੀ ਵੀ ਕੋਈ ਕੇਅਰ ਨਹੀਂ ਕੀਤੀ ਗਈ। ਸੋ ਇਹ ਰਿਪੋਰਟ ਜਿਹੜੀ ਆ ਰਿਲੀਜ਼ ਕੀਤੀ ਗਈ ਆ। ਪਰ ਹੁਣ ਜਿਹੜੀ ਸਰਕਾਰ ਹੈਗੀ ਆ, ਇਹ ਤਾਂ ਪਿਛਲੀ ਸਰਕਾਰ ਵੇਲੇ ਜ਼ਿਆਦਾ ਹੋਇਆ, ਤਾਂ ਹੁਣ ਸਰਕਾਰ ਇਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਟਰਾਈ ਕਰ ਰਹੇ ਆ ਵੀ ਜਿੰਨਾ ਵੀ ਇਹਦੇ 'ਚ ਕੋਈ ਬਦਲਾਅ ਹੋ ਸਕੇ। ਅਗਲੀ ਜਿਹੜੀ ਖਬਰ ਆ ਉਹ ਇਹ ਹੈਗੀ ਆ ਕਿ ਜਿਹੜਾ ਮਾਈਗਰੈਂਟ ਪ੍ਰੋਟੈਕਸ਼ਨ ਪ੍ਰੋਟੋਕੋਲ ਆ ਰਮੇਨ ਇਨ ਮੈਕਸੀਕੋ ਪਾਲਿਸੀ, ਇਹਦੇ ਉੱਤੇ ਸਰਕਾਰ ਨੇ ਕੰਮ ਸ਼ੁਰੂ ਕਰ ਦਿੱਤਾ। ਅਤੇ ਫੈਡਰਲ ਕੋਰਟ ਨੇ ਇੱਕ ਆਰਡਰ ਕੀਤਾ ਸੀ, ਅਤੇ 2 months ਆਫਟਰ ਫੈਡਰਲ ਕੋਰਟ ਆਰਡਰਡ ਦ ਬਾਇਡਨ ਐਡਮਿਨਿਸਟ੍ਰੇਸ਼ਨ ਟੂ ਰੀਇਨਸਟੇਟ ਦ ਸੋ ਕਾਲਡ ਮਾਈਗਰੈਂਟ ਪ੍ਰੋਟੈਕਸ਼ਨ ਪ੍ਰੋਟੋਕੋਲ ਨੋਨ ਐਜ਼ ਰਮੇਨ ਇਨ ਮੈਕਸੀਕੋ, ਦ ਐਡਮਿਨਿਸਟ੍ਰੇਸ਼ਨ ਅਨਾਊਂਸ ਦੈਟ ਇਟ ਵਿਲ ਰੀਇਨਸਟੇਟ ਦ ਪ੍ਰੋਗਰਾਮ ਇਨ ਮਿਡ ਨਵੰਬਰ ਇਫ ਮੈਕਸੀਕੋ ਅਗਰੀਜ਼। ਉਹ ਕਹਿੰਦੇ ਨੇ ਜੇ ਮੈਕਸੀਕੋ ਮੰਨ ਗਿਆ ਤਾਂ ਨਵੰਬਰ ਦੇ ਅੱਧ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਇਹਨੂੰ ਇੰਪਲੀਮੈਂਟ ਕੀਤਾ ਜਾਏਗਾ, ਅਤੇ ਇਸ ਪ੍ਰੋਗਰਾਮ ਦੇ ਅਧੀਨ ਫਿਰ ਜਿਹੜੇ ਬੰਦੇ ਨੇ ਉਹਨਾਂ ਨੂੰ ਉੱਥੇ ਰੱਖ ਕੇ ਉਹਨਾਂ ਦੇ ਕੇਸ ਜਿਹੜੇ ਆ ਉਹ ਲੜੇ ਜਾਣਗੇ। ਹੁਣ ਕਿਹੜੇ ਬੰਦੇ 'ਚ ਕਵਰ ਹੋਣਗੇ, ਜਦੋਂ ਪ੍ਰੋਗਰਾਮ ਇੰਪਲੀਮੈਂਟ ਹੋਏਗਾ ਉਸ ਤੋਂ ਬਾਅਦ ਹੀ ਪਤਾ ਚੱਲੇਗਾ। ਹੁਣ ਪਿੱਛੇ ਇਹ ਕਿਹਾ ਸੀ ਕਿ ਜਿਹੜੀ ਪਿਛਲੀ ਸਰਕਾਰ ਨੇ ਇਹ ਲਾਗੂ ਕੀਤਾ ਸੀ ਪ੍ਰੋਗਰਾਮ, ਬਾਅਦ ਦੇ ਵਿੱਚ ਜਦੋਂ ਇਹ ਸਰਕਾਰ ਆਈ ਬਾਈਡਨ ਦੀ, ਇਹਨਾਂ ਨੇ ਇਹ ਡਿਸਕੰਟੀਨਿਊ ਕਰਤਾ। ਫਿਰ ਕੋਰਟ 'ਚ ਕੇਸ ਹੋਇਆ, ਕੁਝ ਸਟੇਟਾਂ ਨੇ ਕੀਤਾ, ਟੈਕਸਸ ਨੇ ਅਤੇ ਹੋਰਾਂ ਨੇ। ਕੋਰਟ ਨੇ ਕਿਹਾ ਵੀ ਇਹਨੂੰ ਲਾਗੂ ਕਰੋ। ਸੁਪਰੀਮ ਕੋਰਟ ਤੱਕ ਗਿਆ, ਉਹਨਾਂ ਨੇ ਵੀ ਕਿਹਾ ਸੀ ਇੰਟਰਫੀਅਰ ਨਹੀਂ ਕਰਨਾ, ਸੋ ਇਹ ਲਾਗੂ ਕਰਨਾ ਪੈਣਾ ਗੌਰਮੈਂਟ ਨੂੰ। ਜਿਹੜੀ ਪਿਛਲੀ ਸਰਕਾਰ ਸੀਗੀ ਉਹਨਾਂ ਨੇ ਤਕਰੀਬਨ 70,000 ਬੰਦਿਆਂ ਨੂੰ ਵਾਪਸ ਭੇਜਿਆ ਸੀ ਮੈਕਸੀਕੋ ਇਹਦੇ ਅੰਡਰ ਪ੍ਰੋਗਰਾਮ ਦੇ। ਇਹਨਾਂ ਵਿੱਚੋਂ ਸਿਰਫ 521 ਬੰਦਿਆਂ ਨੇ ਅਸਾਈਲਮ ਜਿੱਤਿਆ 70,000 ਚੋਂ। 1% ਤੋਂ ਘੱਟ ਬੰਦਿਆਂ ਨੂੰ ਗ੍ਰਾਂਟ ਹੋਇਆ, ਬਾਕੀ ਸਾਰੇ ਉੱਥੋਂ ਡਿਪੋਰਟ ਹੋਏ। ਸੋ ਇਸ ਕਰਕੇ ਇਹਦੇ 'ਚ ਇਹ ਆ ਵੀ ਜਿਹੜੇ ਬੰਦੇ ਵਾਪਸ ਜਾਂਦੇ ਆ ਉਹਨਾਂ ਨੂੰ ਕੋਈ ਬਹੁਤਾ ਇਨਸਾਫ ਮਿਲਣ ਦੀ ਉਮੀਦ ਨਹੀਂ ਹੁੰਦੀ, ਉੱਥੇ ਰਹਿ ਕੇ ਕੇਸ ਲੜਨ ਦੀ ਕੋਈ ਜ਼ਿਆਦਾ ਕਾਮਯਾਬ ਨਹੀਂ ਪ੍ਰੋਗਰਾਮ। ਪਰ ਜੇ ਹੁਣ ਕੋਰਟ ਨੇ ਕਿਹਾ ਸਰਕਾਰ ਨੂੰ ਕਰਨਾ ਪੈਣਾ, ਅਤੇ ਹੁਣ ਦੇਖਦੇ ਹਾਂ ਵੀ ਕਿਹੜੇ ਬੰਦੇ ਇਹ 'ਤੇ ਲਾਗੂ ਇਹਦੇ ਦੇ ਅਧੀਨ ਆਉਣਗੇ, ਕਿਹਨਾਂ 'ਤੇ ਲਾਗੂ ਹੋਏਗਾ। ਨਵੰਬਰ ਦੇ ਅੱਧ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਣ ਦੀ ਉਮੀਦ ਆ। ਅਗਲਾ ਸਵਾਲ ਜਿਹੜਾ ਹੈਗਾ ਉਹ ਇਹ ਜਿਹੜਾ ਉਹ ਬਾਰਡਰ ਪੈਟਰੋਲ ਦੇ ਨਾਲ ਰਿਲੇਟਡ ਆ ਕਿ ਬਾਰਡਰ ਪੈਟਰੋਲ ਨੇ 2021 ਦੇ ਵਿੱਚ 1.66 ਮਿਲੀਅਨ ਬੰਦਿਆਂ ਨੂੰ ਇੱਥੇ ਡਿਟੇਨ ਕੀਤਾ, ਜਿਹੜੇ ਬੰਦਿਆਂ ਨੇ ਕਿ ਐਂਟਰ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਬਾਰਡਰ ਪੈਟਰੋਲ ਏਜੰਟ ਡਿਟੇਨਡ 1.66 ਮਿਲੀਅਨ illegal immigrants at the southern border for the fiscal year ending in September। ਅਤੇ ਦੇਖ ਲਓ ਵੀ ਕਿੰਨੇ ਲੋਕ ਇੱਥੇ ਆਉਣ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰਦੇ ਆ। ਅਤੇ ਇਹਨਾਂ ਵਿੱਚੋਂ 1,92,000 ਬੰਦਿਆਂ ਨੇ ਇਕੱਲੇ ਸਪਟੈਂਬਰ 'ਚ ਲਾਉਣ ਦੀ ਇੱਥੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ। 2,09,000 ਬੰਦਿਆਂ ਨੇ ਅਗਸਤ, ਅਤੇ ਬਾਕੀ 2,13,000 ਨੇ ਜੁਲਾਈ 'ਚ। ਸੋ ਇਸ ਕਰਕੇ ਸਾਰੇ ਬੰਦੇ ਜਿਹੜੇ ਆ ਇੱਥੇ ਆਉਣ ਦੀ, ਇਹਨਾਂ ਵਿੱਚ 30,000 ਉਹ ਹੇਟੀਅਨ ਇਮੀਗਰੈਂਟ ਵੀ ਹੈਗੇ ਆ ਜਿਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਵਿੱਚੋਂ ਕਈਆਂ ਨੂੰ ਐਂਟਰੀ ਮਿਲੀ, ਕਈ ਡਿਪੋਰਟ ਕਰ ਦਿੱਤੇ ਗਏ। ਅਤੇ ਇਹਨਾਂ ਵਿੱਚੋਂ ਕਾਫੀ ਬੰਦਿਆਂ ਨੂੰ ਐਂਟਰੀ ਵੀ ਦਿੱਤੀ ਗਈ ਹੈ, ਜਿਹੜੇ ਆਏ ਆ 1.66 ਮਿਲੀਅਨ, ਅਤੇ ਕਈਆਂ ਨੂੰ ਡਿਪੋਰਟ ਵੀ ਕੀਤਾ ਗਿਆ। ਪਰ ਇਹ ਫਿਗਰਸ ਆਏ ਆ ਵੀ ਇੰਨੇ ਲੋਕਾਂ ਨੇ ਆਹ ਸਾਲ ਬਾਰਡਰ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਬਹੁਤ ਵੱਡਾ ਨੰਬਰ ਆ। ਅਗਲਾ ਜੀ 9 ਸਰਕਟ ਕੋਰਟ ਆਫ ਅਪੀਲ ਤੋਂ ਖਬਰ ਆ ਕਿ 9 ਸਰਕਟ ਕੋਰਟ ਆਫ ਅਪੀਲ ਨੇ ਇੱਕ ਇੰਜੰਕਸ਼ਨ ਲਿਫਟ ਕਰ ਦਿੱਤੀ ਆ, ਜਿਹੜੀ ਕਿ ਪ੍ਰੋਟੈਕਟ ਕਰਦੀ ਸੀ ਲੋਕਾਂ ਨੂੰ ਆਈਸ ਡਿਟੈਂਸ਼ਨ ਤੋਂ। ਸੋ 9 ਸਰਕਟ ਲਿਫਟਸ ਇੰਜੰਕਸ਼ਨ ਪ੍ਰੋਟੈਕਟਿੰਗ ਪੀਪਲ ਇਨ ਆਈਸ ਡਿਟੈਂਸ਼ਨ ਫਰੋਮ ਜਿਹੜੀ COVID-19। ਅਤੇ ਇਹਦੇ 'ਚ ਕੀ ਸੀਗਾ ਕਿ 9 ਸਰਕਟ ਕੋਰਟ ਆਫ ਅਪੀਲਸ ਔਨ October 20 ਲਿਫਟਡ ਲੋਅਰ ਕੋਰਟਸ ਪ੍ਰੋਟੈਕਸ਼ਨ ਫॉर ਮੈਡੀਕਲੀ ਵਲਨਰੇਬਲ ਪੀਪਲ ਲੌਕਡ ਅਪ ਇਨ US ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਡਿਟੈਂਸ਼ਨ ਸੈਂਟਰਸ। ਇਹ ਕੇਸ ਦਾ ਨਾਂ ਜੀ ਫਰਾਈਹੈਟ ਵਰਸਸ ਆਈਸ। ਇਹ 2020 ਦੀ ਸਪਰਿੰਗ 'ਚ ਕੀਤਾ ਗਿਆ ਸੀਗਾ ਡਿਸਟ੍ਰਿਕਟ ਕੋਰਟ ਦੇ ਵਿੱਚ ਵੀ। ਜਿਹੜੇ ਬੰਦੇ ਬਿਮਾਰ ਨੇ ਜਾਂ ਓਲਡ ਨੇ ਜਾਂ ਜਿਨ੍ਹਾਂ ਨੂੰ ਕੋਈ ਡਰ ਹੈ ਕਿ ਉਹਨਾਂ ਨੂੰ ਜਿਹੜਾ ਮਹਾਂਮਾਰੀ ਦਾ ਜਿਹੜੀ ਉਸ ਟਾਈਮ ਬਹੁਤ ਜ਼ਿਆਦਾ ਚੱਲ ਰਹੀ ਸੀ, ਉਹਦੇ ਅੰਡਰ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਸੀ, ਵੀ ਉਹਨਾਂ ਨੂੰ ਜਾਂ ਛੱਡਿਆ ਜਾਵੇ ਜਾਂ ਦਵਾਈਆਂ ਦਿੱਤੀਆਂ ਜਾਣ, ਬੈਟਰ ਉੱਥੇ ਜਿਹੜੀ ਮੈਡੀਕਲ ਕੇਅਰ ਜਿਹੜੀ ਪ੍ਰੋਵਾਈਡ ਕੀਤੀ ਜਾਵੇ। ਕੋਰਟ ਨੇ ਇਹ ਆਰਡਰ ਕੀਤਾ ਸੀ ਵੀ ਬਿਲਕੁਲ ਠੀਕ ਹੈ, ਜਿਹੜੇ ਬੰਦੇ ਮੈਡੀਕਲੀ ਅਨਫਿਟ ਨੇ ਇਹਨਾਂ ਨੂੰ
ਜਿਹੜੀਆਂ ਹੈਗੀਆਂ ਜ਼ਿਆਦਾ ਆਈਸ ਨੂੰ ਜਿਹੜੀਆਂ ਪ੍ਰੋਟੈਕਸ਼ਨ ਦੇਣੀਆਂ ਚਾਹੀਦੀਆਂ ਨੇ ਅਤੇ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਜਾਂ ਉਹਨਾਂ ਨੂੰ ਰਿਲੀਜ਼ ਕਰ ਦਿਓ। ਅਤੇ ਉਹਦੇ ਅੰਡਰ ਜਿਹੜਾ ਹੁਣ ਸਰਕਾਰ ਨਵੀਂ ਆਈ ਬਾਈਡਨ ਦੀ, ਇਹਨਾਂ ਨੇ ਕਾਫੀ ਬੰਦੇ ਰਿਲੀਜ਼ ਵੀ ਕੀਤੇ, ਪਰ ਹੁਣ ਉਹ ਕੇਸ ਅੱਗੇ ਚੱਲ ਗਿਆ 9 ਸਰਕਟ ਕੋਲ। 9 ਸਰਕਟ ਨੇ ਕਿਹਾ ਵੀ ਇਹ ਇੰਜੰਕਸ਼ਨ ਦੀ ਕੋਈ ਲੋੜ ਨਹੀਂ ਹੈਗੀ, ਅਤੇ ਉਹਨਾਂ ਨੇ ਉਹ ਇੰਜੰਕਸ਼ਨ ਜਿਹੜੀ ਕਿ ਲੋਅਰ ਕੋਰਟ ਨੇ ਕੀਤੀ ਸੀ, ਆਈਸ ਦੇ ਉੱਤੇ ਪਾਬੰਦੀ ਲਾਈ ਸੀ ਕਿ ਤੁਸੀਂ ਜਿਹੜੇ ਮੈਡੀਕਲੀ ਚੈਲੰਜਡ ਬੰਦੇ ਆ ਉਹਨਾਂ ਨੂੰ ਮੈਡੀਕਲ ਸਹੂਲਤਾਂ ਦਿਓ ਜਾਂ ਛੱਡੋ, ਉਹ ਲਾਗੂ ਕਰਨ ਦੀ ਕੋਈ ਲੋੜ ਨਹੀਂ। ਪਰ ਇਹਦਾ ਕੋਈ ਇੰਨਾ ਫਰਕ ਨਹੀਂ ਪੈਣਾ, ਕਿਉਂਕਿ ਆਲਰੇਡੀ ਆਈਸ ਜਿਹੜੀ ਆ ਉਹ ਜਿਹੜੀ ਹੁਣ ਦੀ ਸਰਕਾਰ ਆ ਉਹਦੇ ਅੰਡਰ ਜਿਹੜੇ ਕਿ ਬੰਦੇ ਬਿਮਾਰ ਵਗੈਰਾ ਹੈਗੇ ਉਹਨਾਂ ਨੂੰ ਛੱਡ ਰਹੇ ਆ। ਅਤੇ ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਆ ਉਹ ਅਸੈਲਮ ਦੇ ਕੇਸਾਂ ਬਾਰੇ ਆ ਕਿ ਪੀਡੀ ਜਿਹੜੀ ਹੈਗੀ ਆ ਉਹ ਮਿਲਣੀ ਸ਼ੁਰੂ ਹੋਈ ਆ। ਕਾਫੀ ਕੇਸਾਂ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਅਤੇ ਜੱਜ ਨੇ ਆਫਰ ਕਰ ਰਹੇ ਆ ਪੀਡੀ ਦੇ ਅੰਡਰ ਤੁਸੀਂ ਆਪਣਾ ਪ੍ਰੋਗਰਾਮ ਹੋਲਡ 'ਤੇ ਪਾ ਸਕਦੇ ਹੋ, ਉਨੀ ਦੇਰ ਕੇਸ ਜਿਹੜਾ ਹੈਗਾ ਇੱਥੇ ਹੋਲਡ 'ਤੇ ਰਹਿੰਦਾ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੇਸ ਨੂੰ ਖਿਲਾ ਵੀ ਸਕਦੇ ਹੋ, ਪਰ ਤੁਹਾਨੂੰ ਵਰਕ ਪਰਮਿਟ ਮਿਲਦਾ ਰਹਿੰਦਾ ਅਤੇ ਕੇਸ ਜਿਹੜਾ ਉਹ ਪੈਂਡਿੰਗ ਰਹਿੰਦਾ ਆ। ਇਹ ਉਹਨਾਂ ਕੇਸਾਂ 'ਤੇ ਜ਼ਿਆਦਾ ਇਸਤੇਮਾਲ ਹੁੰਦਾ ਜਿਹੜੇ ਬੰਦਿਆਂ ਦੀ ਮਤਲਬ ਉਮੀਦ ਨਹੀਂ ਹੁੰਦੀ ਕੇਸ ਪਾਸ ਹੋਣ ਦੀ, ਜਾਂ ਇਸ਼ੂਜ਼ ਹੁੰਦੇ ਨੇ ਕੋਈ ਕੇਸ ਦੇ ਵਿੱਚ, ਜਾਂ ਕਈਆਂ ਦੇ ਜਿਹੜੇ ਜੱਜ ਬਹੁਤ ਸਖਤ ਹੁੰਦੇ ਨੇ, ਉਹਨਾਂ ਕੇਸਾਂ ਦੇ ਵਿੱਚ ਲੋਕ ਲੈ ਲੈਂਦੇ ਆ। ਪਰ ਜਿਹੜੇ ਕੇਸ ਅੱਗੇ ਫਾਰਵਰਡ ਜਾਂਦੇ ਆ, ਲੜੇ ਜਾਂਦੇ, ਉਹਨਾਂ ਦੇ ਵਿੱਚੋਂ ਵੀ ਤਕਰੀਬਨ 90% ਕੇਸ ਅਸੈਲਮ ਦੇ ਪਾਸ ਹੋ ਰਹੇ ਆ। ਸਾਡੀਆਂ 2 ਡੇਟਾਂ ਸੀ ਪਿਛਲੇ ਹਫ਼ਤੇ, ਦੋਨੇ ਕੇਸ ਜਿਹੜੇ ਆ ਉਹ ਪਾਸ ਹੋਏ ਆ। ਸੋ ਕੇਸ ਜਿਹੜੇ ਅਸੈਲਮ ਦੇ ਆ ਉਹ ਪਾਸ ਵੀ ਹੁੰਦੇ ਆ। ਇਸ ਤੋਂ ਇਲਾਵਾ ਜਿਹੜਾ ਅਗਲਾ ਖਬਰ ਹੈਗੀ ਆ ਉਹ ਸਿਟੀਜ਼ਨਸ਼ਿਪ ਦੇ ਕੇਸਾਂ ਬਾਰੇ ਆ। ਸਿਟੀਜ਼ਨਸ਼ਿਪ ਦੇ ਕੇਸਾਂ ਦੇ ਵਿੱਚ 1 ਸਾਲ ਦਾ ਤਕਰੀਬਨ ਟਾਈਮ ਲੱਗ ਰਿਹਾ, ਉਹ ਥੋੜ੍ਹਾ ਜਿਹਾ ਤੇਜ਼ੀ ਆਈ ਆ, ਪਰ ਅਜੇ ਵੀ ਤਕਰੀਬਨ 10 ਤੋਂ 11 ਮਹੀਨੇ ਤੋਂ ਉੱਤੇ ਟਾਈਮ ਲੱਗ ਰਿਹਾ। ਅਤੇ ਕਾਫੀ ਲੋਕਾਂ ਨੇ ਜਿਹੜਾ ਨੇ ਅਪਲਾਈ ਕੀਤਾ ਸੀ ਉਹ ਆਪਣੇ ਡੇਟਾਂ ਉਡੀਕ ਰਹੇ ਆ, ਡੇਟਾਂ ਆ ਰਹੀਆਂ ਨੇ, ਲੇਕਿਨ 1 ਸਾਲ ਦਾ ਤਕਰੀਬਨ ਟਾਈਮ ਅਕਸਰ ਜਿਹੜਾ ਲੱਗ ਰਿਹਾ। ਹੁਣ ਦੇਖਣ ਵਾਲੀ ਗੱਲ ਇਹ ਆ ਵੀ ਕਿੰਨਾ ਕਿ ਇਹ ਤੇਜ਼ ਹੁੰਦਾ, ਇਹ ਜਿਹੜਾ ਹੈਗਾ ਉਹ ਟਾਈਮ ਦੱਸੇਗਾ। ਸਿਟੀਜ਼ਨਸ਼ਿਪ ਬਾਰੇ ਤੁਹਾਨੂੰ ਮੈਂ ਦੱਸ ਦਿਆਂ ਕਿ ਉਹਦੀ ਜਿਹੜੀ ਬੇਸਿਕ ਰਿਕੁਆਇਰਮੈਂਟ ਆ, ਕਈ ਲੋਕ ਪੁੱਛਦੇ ਆ, ਉਹਦੇ 'ਚ ਇਹ ਹੁੰਦਾ ਕਿ ਪਿਛਲੇ ਜਿਹੜੇ ਹੈਗੇ 5 ਸਾਲਾਂ ਦੇ ਵਿੱਚ ਬੰਦੇ ਨੂੰ ਇਹਦੇ ਗ੍ਰੀਨ ਕਾਰਡ ਹੋਲਡਰ ਹੋਣੇ ਚਾਹੀਦੇ, ਉਹਨਾਂ ਦੇ ਵਿੱਚ 2.5 ਸਾਲ ਇੱਥੇ ਰਿਹਾ ਹੋਵੇ, ਉਹ 2.5 ਸਾਲਾਂ ਦੇ ਵਿੱਚ 6 ਮਹੀਨੇ ਤੋਂ ਵੱਧ ਕਦੇ ਵੀ, ਜਾਂ 5 ਸਾਲਾਂ 'ਚ ਕਹਿ ਲਓ ਪਿਛਲੇ ਵੀ 6 ਮਹੀਨੇ ਤੋਂ ਵੱਧ ਬਾਹਰ ਨਾ ਰਿਹਾ ਹੋਵੇ। ਜੇ ਬਾਹਰ ਗਿਆ ਤਾਂ ਵਿਦਿਨ 6 ਮੰਥਸ ਵਾਪਸ ਆਵੇ, ਅਤੇ ਉਹਦੇ ਨਾਲ ਕੋਈ ਕ੍ਰਿਮੀਨਲ ਰੈਕਡ ਨਾ ਹੋਵੇ, ਜਿਵੇਂ ਕਈਆਂ ਦਾ ਕ੍ਰਿਮੀਨਲ ਰੈਕਡ ਹੁੰਦਾ ਉਹ ਨਹੀਂ ਹੋਣਾ ਚਾਹੀਦਾ। ਅਤੇ ਟੈਸਟ ਹੁੰਦਾ ਇੱਕ, ਉਹ ਪਾਸ ਕਰਨਾ ਪੈਂਦਾ, ਉਹਦੇ ਵਿੱਚ ਰਿਟਨ ਟੈਸਟ ਜਿਹੜਾ ਹੁੰਦਾ, ਸਿਵਿਕ ਟੈਸਟ ਹੁੰਦਾ, ਅਤੇ ਉਹਦੇ ਨਾਲ ਜਿਹੜਾ ਇੰਗਲਿਸ਼ ਸਪੀਕਿੰਗ ਦਾ ਹੁੰਦਾ, ਫਿਰ ਐਪਲੀਕੇਸ਼ਨ ਦੇ ਜਿਹੜੇ ਕੁਐਸਚਨਸ ਹੁੰਦੇ ਨੇ ਉਹ ਵੀ ਹੋਣੇ ਚਾਹੀਦੇ ਆ। ਅਤੇ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਉਹ N648 ਫਾਰਮ ਆਪਣੇ ਡਾਕਟਰ ਕੋਲ ਭਰਾਵੇ, ਜਿਹੜਾ ਉਹਦਾ ਫਿਜ਼ੀਸ਼ੀਅਨ ਹੈ ਜਿਹਦੇ ਕੋਲ ਜਾਂਦਾ, ਉਹ ਆਪਣੇ ਪ੍ਰਾਇਮਰੀ ਡਾਕਟਰ ਕੋਲ ਜਾਂ ਕਿਸੇ ਸਾਈਕੈਟਰਿਸਟ ਤੋਂ ਭਰਾ ਕੇ ਉਹ ਜੇ ਅਪਲਾਈ ਕਰਦਾ, ਉਹਦੇ ਰਾਹੀਂ ਜਿਹੜਾ ਟੈਸਟ ਆ ਉਹ ਵੀ ਮਾਫ ਹੋ ਸਕਦਾ। ਸੋ ਇਹ ਸੀਗੀਆਂ ਇੰਪੋਰਟੈਂਟ ਖਬਰਾਂ ਇਸ ਵੀਕ ਦੀਆਂ। ਹੁਣ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਪਹਿਲਾ ਸਵਾਲ ਹੈਗਾ ਜੀ ਕਿ ਉਹ ਇਹ ਕਹਿ ਰਹੇ ਆ ਕਿ ਅਸੈਲਮ ਪ੍ਰੋਸੈਸ ਬਾਰੇ ਕੋਈ ਜਾਣਕਾਰੀ ਦਿਓ, ਸਾਡੀ ਇੰਟਰਵਿਊ ਹੋਈ ਨੂੰ 2-3 ਮਹੀਨੇ ਹੋ ਗਏ, ਤੱਕ ਕੋਈ ਜਵਾਬ ਨਹੀਂ ਆਇਆ। ਇਹਨੂੰ ਟਾਈਮ ਲੱਗਦਾ ਜੀ ਅੱਜ ਕੱਲ੍ਹ, ਕਿਉਂਕਿ 2-3 ਮਹੀਨੇ ਤੋਂ ਅੱਜ ਕੱਲ੍ਹ ਜ਼ਿਆਦਾ ਟਾਈਮ ਲੱਗ ਰਿਹਾ। ਜਿਹਦੀ ਅਸੈਲਮ ਆਫਿਸ 'ਚ ਇੰਟਰਵਿਊ ਹੁੰਦੀ ਆ ਉਹ ਕਈ ਵਾਰੀ 6-6 ਮਹੀਨੇ 8-8 ਮਹੀਨੇ ਨਹੀਂ ਜਵਾਬ ਆਉਂਦਾ। ਇਮੀਗ੍ਰੇਸ਼ਨ ਜੱਜ ਵੀ ਕਈ ਵਾਰੀ 2-3 ਮਹੀਨੇ ਲਾਉਂਦੇ ਨੇ, ਤੁਹਾਨੂੰ ਵੇਟ ਹੀ ਕਰਨੀ ਪੈਣੀ ਆ। ਅਗਲਾ ਸਵਾਲ ਹੈ ਜੀ ਕਿ ਰਿਮੇਨ ਇਨ ਮੈਕਸੀਕੋ ਪਾਲਿਸੀ ਕਦੋਂ ਤੋਂ ਲਾਗੂ ਹੋਏਗੀ। ਉਹਦੇ ਬਾਰੇ ਮੈਂ ਦੱਸ ਕੇ ਹਟਿਆ ਜੀ ਕਿ ਉਹ ਨਵੰਬਰ ਦੇ ਮਿਡ ਨਵੰਬਰ ਤੋਂ ਬਾਅਦ ਉਮੀਦ ਹੈ ਲਾਗੂ ਹੋਣ ਦੀ, ਅਤੇ ਉਹਦੇ ਵਿੱਚ ਦੇਖਦੇ ਹਾਂ ਵੀ ਕੌਣ ਕਵਰ ਹੋਏਗਾ। ਅਜੇ ਕਲੀਅਰ ਨਹੀਂ ਹੈ, ਜਿਵੇਂ ਲਾਸਟ ਟਾਈਮ ਜਦੋਂ ਲਾਗੂ ਹੋਈ ਸੀ ਉਦੋਂ ਉਸ ਟਾਈਮ ਉਹਦੇ ਵਿੱਚ ਜਿਹੜੇ ਲੋਕ ਉੱਧਰੋਂ ਸੈਂਟਰਲ ਅਮਰੀਕਨ ਕੰਟਰੀਜ਼ ਤੋਂ ਆਏ ਸੀ, ਜਿਸ ਤਰ੍ਹਾਂ ਕਿ ਬ੍ਰਾਜ਼ੀਲ ਤੋਂ ਜਾਂ ਗੁਆਟੇਮਾਲਾ ਤੋਂ, ਵੈਨਜ਼ੂਏਲਾ ਤੋਂ, ਐਲ ਸੈਲਵਾਡੋਰ ਤੋਂ, ਉਹ ਕਵਰ ਹੋਏ ਸੀ। ਇੰਡੀਆ ਵਾਲਿਆਂ ਨੂੰ ਆਉਣ ਦੀ ਪਰਮਿਸ਼ਨ ਸੀਗੀ, ਉਹ ਇੱਥੇ ਆ ਕੇ ਆਪਣਾ ਕੇਸ ਲੜਦੇ ਸੀ। ਹੁਣ ਐਤਕੀ ਦੇਖਾਂਗੇ ਵੀ ਕਿਹੜੇ ਬੰਦੇ ਦੇ 'ਚ ਰੱਖੇ ਜਾਣਗੇ, ਪਰ ਉਹ ਕਰਨੀ ਇਹਨਾਂ ਨੂੰ ਪੈਣੀ ਆ। ਕੋਈ ਕੋਰਟ ਦਾ ਆਰਡਰ ਆ, ਉਹਦੇ ਕਰਕੇ ਇਹ ਸਰਕਾਰ ਨੇ ਡਿਸਕੰਟੀਨਿਊ ਕਰਤੀ ਸੀ ਪਾਲਿਸੀ ਹੈ, ਪਰ ਹੁਣ ਦੁਬਾਰਾ ਕੋਈ ਕੋਰਟ ਨੇ ਕਿਹਾ ਇਹਨਾਂ ਨੂੰ ਹੁਣ ਕੰਟੀਨਿਊ ਕਰਨੀ ਪਏਗੀ। ਅਗਲਾ ਸਵਾਲ ਹੈ ਜੀ F4 ਕੈਟੇਗਰੀ ਦਾ ਕੇਸ 2006 'ਚ ਲੱਗਿਆ, ਸਤੰਬਰ 'ਚ ਕਿੰਨਾ ਟਾਈਮ ਲੱਗੂਗਾ। ਅਜੇ 2005 ਸਤੰਬਰ ਚੱਲ ਰਿਹਾ ਜੀ, ਸਾਲ ਤੋਂ ਉੱਤੇ ਟਾਈਮ ਲੱਗ ਸਕਦਾ ਆਪਣਾ। ਅਗਲਾ ਸਵਾਲ ਹੈ ਜੀ ਕਿ ਕੀ ਜਿਹੜਾ ਸਟੂਡੈਂਟ ਵੀਜ਼ੇ 'ਤੇ ਆਇਆ ਬੰਦਾ ਉਹ ਅਸੈਲਮ ਫਾਈਲ ਕਰ ਸਕਦਾ। ਅਸੈਲਮ ਕੋਈ ਵੀ ਫਾਈਲ ਕਰ ਸਕਦਾ ਜੀ, ਪਰ ਉਹਦਾ ਕੇਸ ਜਿਹੜੇ ਅਸੈਲਮ ਦੇ 5 ਗਰਾਊਂਡ ਆ ਉਹਨਾਂ 'ਚ ਆਉਣਾ ਚਾਹੀਦਾ। ਜੇ 5 ਗਰਾਊਂਡਾਂ 'ਚ ਆਉਂਦਾ ਤਾਂ ਉਹ ਕਰ ਸਕਦਾ, ਅਤੇ ਉਹਦੇ ਨਾਲ ਉਹ ਜਿਹੜਾ ਹੈਗਾ ਕੇਸ ਉਹ ਉਸ ਤੋਂ ਬਾਅਦ ਉਹਨੂੰ ਇਹ ਵੀ ਸ਼ੋਅ ਕਰਨਾ ਪੈਂਦਾ ਕਿ ਪਰਸੀਕਿਊਸ਼ਨ ਪਹਿਲਾਂ ਹੋਈ ਹੈ ਤਾਂ ਹੁਣ ਬਾਅਦ 'ਚ ਹੋਏਗੀ। ਕੋਈ ਡਾਕੂਮੈਂਟੇਸ਼ਨ ਚਾਹੀਦੀ ਹੈ। ਰੀਲੋਕੇਸ਼ਨ ਬਾਰੇ ਵੀ ਉਹਨੂੰ ਟੈਕਲ ਕਰਨਾ ਪੈਣਾ ਵੀ ਕਿਤੇ ਹੋਰ ਜਾ ਕੇ ਰਹਿ ਲਵੇ ਇੰਡੀਆ 'ਚ, ਵੀ ਉਹ ਪੋਸੀਬਲ ਨਹੀਂ। ਸੋ ਮੇਰੀ ਇਹੀ ਸਲਾਹ ਵੀ ਜੇ ਕੇਸ ਸਹੀ ਹੈ, ਤੁਹਾਨੂੰ ਸਹੀ ਕੋਈ ਪ੍ਰੋਬਲਮ ਆਈ ਹੈ ਤਾਂ ਕਰੋ। ਸਿਰਫ ਇੱਥੇ ਐਵੇਂ ਰਹਿਣ ਲਈ, ਵਰਕ ਪਰਮਿਟ ਲੈਣ ਲਈ ਅਸੈਲਮ ਦਾ ਕੇਸ ਫਾਈਲ ਨਹੀਂ ਕਰਨਾ ਚਾਹੀਦਾ। ਜੇ ਤੁਹਾਡਾ ਕੇਸ ਅਸਲੀ ਹੈ, ਤੁਹਾਨੂੰ ਰੀਅਲ ਪ੍ਰੋਬਲਮ ਹੈ, ਤਾਂ ਹੀ ਕਰਨਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ F2A ਕੈਟੇਗਰੀ ਦੇ ਵਿੱਚ 2019 'ਚ ਅਪਲਾਈ ਕੀਤਾ ਸੀ, ਉਹ ਹੈ ਤਾਂ ਕਰੰਟ ਪਰ ਬਹੁਤ ਟਾਈਮ ਲੱਗ ਰਿਹਾ। ਅਤੇ ਦੇਖੋ ਇਸ ਤਰ੍ਹਾਂ ਆ ਕਿ F2A ਕੈਟੇਗਰੀ ਬੇਸਿਕਲੀ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ
ਬੱਚੇ ਤੇ ਹਸਬੈਂਡ ਵਾਈਫ ਨਾਲ ਰਿਲੇਟਡ ਕੈਟੇਗਰੀ ਆ। ਹੈ ਤਾਂ ਕਰੰਟ ਆ, ਪਰ ਟਾਈਮ ਬਹੁਤ ਲੱਗ ਰਿਹਾ। ਮੈਂ ਸਹਿਮਤ ਹਾਂ ਇਸ ਗੱਲ ਨਾਲ, ਬਹੁਤ ਟਾਈਮ ਲੱਗ ਰਿਹਾ ਇਹਨੂੰ, ਤਕਰੀਬਨ ਮੇਰਾ ਖਿਆਲ ਆ 2-2.5 ਸਾਲ ਹੀ ਲੱਗ ਰਹੇ ਆ। ਅਤੇ ਉਹਦਾ ਰੀਜ਼ਨ ਹੈ ਕਿ ਬੈਕਲੌਗ ਮਤਲਬ ਕਾਫੀ ਆ। ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਪਿਛਲੇ ਵੀਕਐਂਡ 'ਤੇ ਸੈਨੇਟਰ ਕੋਰੀ ਬੁੱਕਰ ਆਏ ਸੀ ਨਿਊ ਜਰਸੀ ਤੋਂ, ਜਿਹੜੇ ਕਿ ਇਮੀਗ੍ਰੇਸ਼ਨ ਦੀ ਜਿਹੜੀ ਕਮੇਟੀ ਆ ਸੈਨੇਟ ਦੀ ਅਤੇ ਹੋਮਲੈਂਡ ਸਿਕਿਉਰਿਟੀ ਕਮੇਟੀ ਦੇ ਮੈਂਬਰ ਨੇ, ਜਿਹੜੀ ਡੀਲ ਕਰਦੀ ਇਹਨਾਂ ਇਸ਼ੂਜ਼ ਦੇ ਨਾਲ। ਉਹਨਾਂ ਨਾਲ ਮੈਂ 2 ਮੰਗਾਂ ਰੱਖੀਆਂ ਸੀ। ਪਹਿਲੀ ਮੰਗ ਇਹ ਕਿ ਜਿਹੜਾ ਅੰਬੈਸੀ ਦਿੱਲੀ ਇੰਟਰਵਿਊ ਨਹੀਂ ਹੁੰਦੀ, ਬੰਬੇ ਹੁੰਦੀ ਹੈ ਇਮੀਗਰੈਂਟ ਵੀਜ਼ੇ ਦੀ, ਉਹ ਬਹੁਤ ਔਖਾ ਪੰਜਾਬ ਵਾਲਿਆਂ ਨੂੰ ਬੰਬੇ ਜਾਣਾ ਪੈਂਦਾ, ਉਹ ਦਿੱਲੀ ਸ਼ਿਫਟ ਹੋਣੀ ਚਾਹੀਦੀ ਆ। ਅਤੇ ਦੂਜਾ ਵੀ ਜਿਹੜਾ ਵਰਕ ਪਰਮਿਟ ਵਗੈਰਾ ਹੁਣ ਅੱਜ ਕੱਲ੍ਹ 10-10 ਮਹੀਨੇ 12-12 ਮਹੀਨੇ ਲੱਗ ਰਹੇ ਵਰਕ ਪਰਮਿਟ ਮਿਲਣ ਨੂੰ, ਵੀ ਇਹ ਟਾਈਮ ਥੋੜ੍ਹਾ ਘੱਟ ਹੋਣਾ ਚਾਹੀਦਾ। ਜਾਂ ਜਿਹੜੀ ਉਹ ਲੈਟਰ ਤੁਸੀਂ 6 ਮਹੀਨੇ ਹੀ ਦਿੰਦੇ ਆ, ਉਹੀ ਸਾਲ ਦੀ ਦੇਣੀ ਸ਼ੁਰੂ ਕਰੋ, ਤਾਂ ਕਿ ਬੰਦਾ ਮਤਲਬ ਕੰਮ ਕਰ ਸਕੇ, ਜਾਂ ਆਪਣਾ ਜਿਹੜਾ ਹੈਗਾ ਉਹ ਲਾਇਸੈਂਸ ਰਿਨਿਊ ਕਰਾ ਸਕੇ। ਸੋ ਇਹ ਉਹਨਾਂ ਨਾਲ ਕੀਤੀ ਹੈ ਗੱਲ, ਅਤੇ ਉਹਨਾਂ ਨੂੰ ਲੈਟਰ ਵੀ ਲਿਖ ਕੇ ਦਿੱਤੀ ਆ। ਉਹ ਕਹਿੰਦੇ ਵੀ ਮੈਂ ਇਹਦੇ ਬਾਰੇ ਟੇਕਅਪ ਕਰਾਂਗਾ, ਹੁਣ ਅਸੀਂ ਫਿਰ ਫੋਲੋਅਪ ਕਰਾਂਗੇ ਹਫ਼ਤੇ ਤੱਕ। ਸੋ ਇਹ 'ਚ ਸਾਡੀ ਕੋਸ਼ਿਸ਼ ਜਾਰੀ ਆ। ਅਤੇ ਪਰ ਡਿਲੇ ਜਿਹੜੀ ਆ ਉਹ ਕਾਫੀ ਜ਼ਿਆਦਾ ਸਾਰੇ ਕੇਸਾਂ 'ਚ ਉਹਦਾ ਕਾਰਨ ਬੈਕਲੌਗ ਹੈ। ਕੁਛ ਜਿਹੜਾ ਪਿੱਛੇ ਬੈਨ ਲਾਇਆ ਸੀ ਟਰੰਪ ਸਾਹਿਬ ਨੇ, ਉਹ ਵੀ ਆ, ਉਹ ਬੈਨ ਨੇ ਹੀ ਮਤਲਬ 1 ਸਾਲ ਸਾਰਾ ਕੰਮ ਪਿੱਛੇ ਪਾਤਾ। ਫਿਰ ਮਹਾਂਮਾਰੀ ਆ ਗਈ, ਤੁਹਾਨੂੰ ਪਤਾ, ਉਹਦੇ ਕਰਕੇ ਵੀ, ਇਹਦੇ ਕਰਕੇ ਕਾਫੀ ਡਿਲੇ ਆ। ਉਦੋਂ ਬਾਅਦ ਜੀ ਅਗਲਾ ਸਵਾਲ ਇਹ ਕਿ 2000 ਕਹਿੰਦੇ ਅਸੀਂ 15 'ਚ ਆਏ ਸੀਗੇ B1 B2 ਵੀਜ਼ੇ 'ਤੇ, ਫਿਰ ਅਸੀਂ 16 'ਚ ਅਸਾਈਲਮ ਦਾ ਕੇਸ ਅਪਲਾਈ ਕਰਤਾ, ਕੋਈ ਇੰਟਰਵਿਊ ਡੇਟ ਨਹੀਂ ਆਈ। ਅਤੇ ਇਸ ਤੋਂ ਬਾਅਦ ਇਹ ਆ ਕਿ ਤੁਸੀਂ ਉਹ ਕਹਿੰਦੇ ਆ ਕਿ ਇਹ ਦੱਸੋ ਕਿ ਇੰਟਰਵਿਊ ਡੇਟਾ ਆ ਸਕਦੀ ਹੈ ਕਿ ਨਹੀਂ। ਹੁਣ ਇੰਟਰਵਿਊ ਡੇਟਾਂ ਆ ਰਹੀਆਂ ਜੀ, ਨਿਕਲ ਰਹੀਆਂ ਨੇ। ਹੁਣ ਤੁਸੀਂ ਇੰਟਰਵਿਊ ਡੇਟ ਲੈ ਸਕਦੇ ਹੋ, ਇਹਦੇ 'ਚ ਕੋਈ ਸ਼ੱਕ ਨਹੀਂ ਗਾ। ਪਹਿਲਾਂ ਜਿਹੜੀਆਂ ਡੇਟਾਂ ਨਹੀਂ ਸੀ ਆਉਂਦੀਆਂ, ਅਤੇ ਹੁਣ ਇੰਟਰਵਿਊ ਡੇਟ ਜਿਹੜੀ ਆ ਉਹ ਕਢਾਈ ਜਾ ਸਕਦੀ ਆ। ਤੁਸੀਂ ਜੇ ਲੈਣੀ ਆ ਤਾਂ ਉਹ ਲੈ ਸਕਦੇ ਹੋ, ਪਰ ਤੁਹਾਨੂੰ ਸਾਰੇ ਡਾਕੂਮੈਂਟੇਸ਼ਨ ਜਿਹੜੀ ਆ ਉਹ ਜਮ੍ਹਾਂ ਕਰਾਉਣੀ ਪਏਗੀ। ਜੇ ਤੁਹਾਡਾ ਕੋਈ ਵਕੀਲ ਆ ਉਹਨੂੰ ਕੋਈ ਕੰਟੈਕਟ ਕਰੇ ਅਸਾਈਲਮ ਆਫਿਸ ਨਾਲ, ਡੇਟ ਹੁਣ ਕਢਾਈ ਜਾ ਸਕਦੀ ਆ। ਅਗਲਾ ਸਵਾਲ ਹੈ ਜੀ ਕਿ ਅਸਾਈਲਮ ਦਾ ਕੇਸ ਅਪਲਾਈ ਕੀਤੇ ਨੂੰ 21 ਮਹੀਨੇ ਤੋਂ ਉੱਤੇ ਹੋ ਗਏ, ਤੱਕ ਨਹੀਂ ਆਇਆ। ਇਹਨੂੰ ਟਾਈਮ ਲੱਗਦਾ ਹੈ, ਅੱਜ ਕੱਲ੍ਹ 24-25 ਮਹੀਨੇ ਤੋਂ ਉੱਤੇ ਲੱਗ ਰਹੇ ਆ, ਅਤੇ ਟਾਈਮ ਲੱਗ ਰਿਹਾ ਜੀ। ਅਤੇ ਅਗਲਾ ਸਵਾਲ ਹੈ ਜੀ ਕਿ ਮੇਰਾ F2A ਕੈਟੇਗਰੀ ਦਾ ਸਵਾਲ ਸੀ, 2 ਸਾਲ ਹੋ ਗਏ, ਪਹਿਲਾਂ 60 ਦਿਨ ਦੀ ਲੈਟਰ ਆਈ ਸੀ, ਇੰਟਰਵਿਊ ਕਦੋਂ ਆਏਗੀ? ਉਹਦੇ ਬਾਰੇ ਮੈਂ ਦੱਸ ਕੇ ਹਟਿਆ ਜੀ, ਕਾਫੀ ਡਿਲੇ ਆ। ਉਹ 60 ਦਿਨ ਦੀ ਲੈਟਰ ਆਉਂਦੀ ਹੈ, ਇਸ ਤੋਂ ਬਾਅਦ ਕਾਫੀ ਟਾਈਮ ਜਿਹੜਾ ਉਹ ਲੱਗ ਰਿਹਾ। ਤਾਂ ਹੁਣ ਇਹਦੇ ਬਾਰੇ ਮਤਲਬ ਆਪਾਂ ਕੁਝ ਨਹੀਂ ਕਹਿ ਸਕਦੇ ਕਿੰਨਾ ਟਾਈਮ ਲੱਗੂਗਾ। 2 ਮਹੀਨੇ ਵੀ ਲੱਗ ਸਕਦੇ, 6 ਵੀ ਲੱਗ ਸਕਦੇ ਆ। ਅਤੇ ਅਗਲਾ ਸਵਾਲ ਇਹ ਹੈ ਜੀ ਕਿ ਅਸਾਈਲਮ ਦੇ ਜਿਹੜੇ ਬਿਆਨ ਨੇ ਜਾਂ ਉਹਨਾਂ ਬਾਰੇ ਪ੍ਰੋਸੈਸ ਦੱਸੋ। ਪ੍ਰੋਸੈਸ ਇਹੀ ਹੈ ਜੀ, 5 ਗਰਾਊਂਡ ਹੁੰਦੇ ਅਸਾਈਲਮ ਦੇ, ਉਹਨਾਂ ਗਰਾਊਂਡਾਂ ਦੇ ਵਿੱਚ ਜਿਹੜਾ ਤੁਹਾਡਾ ਕੇਸ ਹੋਣਾ ਚਾਹੀਦਾ। ਅਤੇ ਦੂਜੀ ਗੱਲ ਇਹ ਆ ਕਿ ਇਹ ਸ਼ੋਅ ਕਰਨਾ ਪੈਂਦਾ ਪਹਿਲਾਂ ਪਰਸੀਕਿਊਸ਼ਨ ਹੋਈ ਆ, ਉਸ ਤੋਂ ਬਾਅਦ ਗਾਂਹ ਜਾ ਕੇ ਵੀ ਤੁਹਾਨੂੰ ਖਤਰਾ। ਅਤੇ ਇਹ ਸਾਰੀਆਂ ਗੱਲਾਂ, ਅਤੇ ਇਹਦੇ ਨਾਲ ਪ੍ਰੂਵ ਕਰਨ ਲਈ ਡਾਕੂਮੈਂਟੇਸ਼ਨ ਚਾਹੀਦੀ ਹੈ। ਰੈਕਮੈਂਡੇਸ਼ਨ ਮੇਰੀ ਇਹੀ ਹੈ ਵੀ ਜੇ ਕੇਸ ਸੱਚਾ ਆ, ਸਹੀ ਹੈ, ਤਾਂ ਹੀ ਕਰੋ। ਐਵੇਂ ਕੇਸ ਜਿਹੜਾ ਸਿਰਫ ਵਰਕ ਪਰਮਿਟ ਲੈਣ ਲਈ ਜਾਂ ਰਹਿਣ ਲਈ ਨਹੀਂ ਕਰਨਾ ਚਾਹੀਦਾ। ਜੇ ਤੁਹਾਨੂੰ ਵਾਕਈ ਪ੍ਰੋਬਲਮ ਹੈ ਤਾਂ ਕਰਨਾ ਚਾਹੀਦਾ, ਜੇ ਕੇਸ ਸੱਚਾ ਹੈ ਤਾਂ। ਇਹ ਸਾਰੀਆਂ ਗੱਲਾਂ ਜੇ ਕਰੋਗੇ ਤਾਂ ਉਹਦੇ ਨਾਲ ਤੁਹਾਡਾ ਕੇਸ ਜਿਹੜਾ ਉਹ ਤੁਸੀਂ ਅਪਲਾਈ ਕਰ ਸਕਦੇ ਹੋ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ I-130 ਦੀ ਕਹਿੰਦੇ ਸਾਡੀ ਫਾਈਲ ਲੱਗੀ ਹੋਈ ਆ, 23 ਅਪ੍ਰੈਲ 2020 'ਚ ਲੱਗੀ ਸੀ, ਅਤੇ ਅਪਰੂਵ ਜਿਹੜੀ ਹੈਗੀ ਆ ਨਹੀਂ ਹੋਈ ਅਜੇ ਤੱਕ। ਕਿੰਨਾ ਟਾਈਮ ਲੱਗੂਗਾ? ਇਹਨੂੰ ਟਾਈਮ ਕਾਫੀ ਲੱਗਦਾ ਜੀ, ਅੱਜ ਕੱਲ੍ਹ 1.5 ਤੋਂ 2 ਸਾਲ ਲੱਗ ਰਹੇ, ਜ਼ਿਆਦਾ ਕੋਈ ਅੱਗੇ ਇੰਨਾ ਟਾਈਮ ਨਹੀਂ ਸੀ ਲੱਗਦਾ, ਪਰ ਕਿਉਂਕਿ ਜਿਹੜੇ ਪਿੱਛੇ ਹਾਲਾਤ ਸੀ ਉਹਦੇ ਕਰਕੇ ਟਾਈਮ ਜਿਹੜਾ ਜ਼ਿਆਦਾ ਲੱਗਣ ਲੱਗ ਗਿਆ, ਵੇਟ ਕਰਨੀ ਪੈਣੀ ਆ ਤੁਹਾਨੂੰ। ਅਗਲਾ ਸਵਾਲ ਹੈ ਜੀ ਕਿ F2B ਦੀ ਪ੍ਰਾਇਓਰਟੀ ਡੇਟ ਜਿਹੜੀ ਸਤੰਬਰ 2016 ਦੀ ਆ, ਅਪਰੂਵਲ ਨਹੀਂ ਆਈ, ਅਤੇ ਕਿੰਨਾ ਟਾਈਮ ਲੱਗੂਗਾ? ਦੇਖੋ ਉੱਥੇ 2015 ਚੱਲ ਰਿਹਾ F2B ਕੈਟੇਗਰੀ 'ਚ, ਇਹ ਅਜੇ ਤੁਸੀਂ 16 ਦਾ ਜੇ ਟਾਈਮ ਲੱਗੂਗਾ। ਅਪਰੂਵਲ ਸ਼ਾਇਦ ਤੁਹਾਡੀ ਹੁਣ ਅਗਲੇ 2-4 ਮਹੀਨੇ 'ਚ ਆ ਜਾਵੇ। ਜੇ ਤੁਹਾਨੂੰ ਜਿਹੜਾ ਪਤਾ ਵੀ ਕਰਨਾ ਚਾਹੀਦਾ, ਹੋ ਸਕਦਾ ਕੋਈ ਪੇਪਰ ਹੀ ਮੰਗੇ ਹੋਣ ਉਹਨਾਂ ਨੇ, ਸੋ ਪਤਾ ਕਰੋ ਉਹਨਾਂ ਤੋਂ ਜ਼ਰੂਰ। ਅਗਲਾ ਸਵਾਲ ਹੈ ਜੀ ਕਿ ਇੰਟਰਵਿਊਜ਼ ਹੁਣ ਦਿੱਲੀ ਹੁੰਦੀਆਂ ਨੇ ਕਿ ਬੰਬੇ ਹੁੰਦੀਆਂ ਨੇ? ਮੈਂ ਤੁਹਾਨੂੰ ਦੱਸ ਕੇ ਹਟਿਆ ਜੀ, ਅਸੀਂ ਟਰਾਈ ਕਰ ਰਹੇ ਹਾਂ ਕਿ ਦਿੱਲੀ ਹੋਣ, ਅਜੇ ਤਾਂ ਬੰਬੇ ਹੀ ਹੁੰਦੀਆਂ, ਪਰ ਸਾਡੀ ਕੋਸ਼ਿਸ਼ ਹੈਗੀ ਹੈ ਕਿ ਦਿੱਲੀ ਹੋ ਜਾਣ ਤਾਂ ਉਹ ਜਿਹੜਾ ਹੈਗਾ ਜ਼ਿਆਦਾ ਬੈਟਰ ਆ। ਅਗਲਾ ਸਵਾਲ ਹੈ ਜੀ ਕਿ ਜਿਹੜੇ ਸਟੂਡੈਂਟ ਵੀਜ਼ੇ 'ਤੇ ਲੋਕ ਆਉਂਦੇ ਆ, ਅਸਾਈਲਮ ਲਾ ਸਕਦੇ ਆ? ਅਸਾਈਲਮ ਕੋਈ ਵੀ ਲਾ ਸਕਦਾ ਜੀ ਜਿਹਦਾ ਕੇਸ 5 ਗਰਾਊਂਡਾਂ 'ਚ ਆਉਂਦਾ ਅਸਾਈਲਮ ਦੇ, ਅਤੇ ਨਾਲੇ ਉਹਨੂੰ ਕੋਈ ਪਹਿਲਾਂ ਜਿਹੜੀ ਪ੍ਰੋਬਲਮ ਆਈ ਹੈ, ਅਤੇ ਗਾਂਹ ਫਿਊਚਰ ਦੇ ਵਿੱਚ ਵੀ ਉਹਨੂੰ ਉਮੀਦ ਆ ਵੀ ਆਏਗੀ, ਡਾਕੂਮੈਂਟੇਸ਼ਨ ਹੈਗੀ ਆ। ਪਰ ਮੇਰਾ ਇਹੀ ਸੁਝਾਅ ਆ ਵੀ ਕੇਸ ਜੇ ਅਸਲੀ ਆ, ਸੱਚਾ ਹੈ, ਤਾਂ ਲਾਓ। ਐਵੇਂ ਵਰਕ ਪਰਮਿਟ ਲੈਣ ਲਈ ਅਸਾਈਲਮ ਦਾ ਕੇਸ ਬਿਲਕੁਲ ਨਾ ਲਾਓ। ਅਗਲਾ ਸਵਾਲ ਹੈ ਜੀ ਕਿ ਜਿਹੜੀਆਂ ਹੁਣ ਸਿਟੀਜ਼ਨਸ਼ਿਪ ਦੀਆਂ ਇੰਟਰਵਿਊਜ਼ ਵਗੈਰਾ ਹੋ ਰਹੀਆਂ ਨੇ, ਜਾਂ ਉਹਦੇ ਬਾਰੇ ਕੁਝ ਦੱਸੋ। ਦੇਖੋ ਇੰਟਰਵਿਊ ਸਿਟੀਜ਼ਨਸ਼ਿਪ ਦੀਆਂ ਅੱਜ ਕੱਲ੍ਹ ਤਕਰੀਬਨ 12 ਮਹੀਨੇ ਲੱਗ ਰਿਹਾ, 10 ਤੋਂ 12 ਮਹੀਨੇ ਟਾਈਮ ਲੱਗ ਰਿਹਾ, ਅਤੇ ਬਹੁਤ ਸਲੋ ਆ, ਪਰ ਹੋ ਰਹੀਆਂ ਨੇ। ਪਰ ਅੱਗੇ ਨਾਲੋਂ ਥੋੜ੍ਹੀ ਤੇਜ਼ੀ ਫੜੀ ਆ, ਪਰ ਇੰਨੀ ਜ਼ਿਆਦਾ ਨਹੀਂ, ਪਰ ਫਿਰ ਵੀ 10 ਤੋਂ 12 ਮਹੀਨੇ ਲੱਗ ਰਹੇ ਆ। ਅਗਲਾ ਸਵਾਲ ਹੈ ਜੀ ਕਿ F4 ਕੇਸ 2005 ਫਰਵਰੀ ਦਾ ਕੀਤਾ, ਅਤੇ ਅਪਲਾਈ, ਅਤੇ ਅਜੇ ਤੱਕ ਅਸੀਂ ਮੈਡੀਕਲ ਕਦੋਂ ਆਏਗਾ? ਦੇਖੋ ਕਾਗਜ਼ਾਂ ਦੇ ਵਿੱਚ ਤਾਂ ਸਪਟੈਂਬਰ ਚੱਲ ਰਿਹਾ ਜੇ 2005, ਪਰ ਉਹਦਾ ਮਤਲਬ ਇਹ ਨਹੀਂ ਕਿ ਅਗਸਤ ਵਾਲਿਆਂ ਨੂੰ ਜਾਂ ਜੂਨ ਜੁਲਾਈ ਵਾਲਿਆਂ ਨੂੰ ਪੇਪਰ ਮਿਲ ਗਏ ਆ। ਅਜੇ ਜਿਵੇਂ ਇਸ ਕਰਕੇ ਉਹ ਅਜੇ ਪਹਿਲਾਂ ਹੀ ਬਾਕੀ ਆ,
ਬਾਕੀ ਤੁਹਾਡਾ ਅਕਤੂਬਰ ਦੇ ਵਿੱਚ ਹੈਗਾ, ਤੁਹਾਨੂੰ ਤਾਂ ਟਾਈਮ ਲੱਗੂਗਾ ਜੇ, ਕਿਉਂਕਿ ਜੇ ਸਪਟੈਂਬਰ ਚੱਲ ਰਿਹਾ ਜੇ ਤਾਂ ਜਿਹੜੇ ਪਹਿਲੇ ਉਹਨਾਂ ਨੂੰ ਵੀ ਨਹੀਂ ਮਿਲਿਆ ਤੇ ਅਜੇ ਤੁਹਾਨੂੰ ਵੇਟ ਕਰਨੀ ਪੈਣੀ ਆ। ਹੋ ਸਕਦਾ 4 ਮਹੀਨੇ ਲੱਗਣ, 6 ਲੱਗਣ, ਜਿੰਨਾ ਵੀ ਟਾਈਮ ਲੱਗੇ ਕਹਿ ਨਹੀਂ ਸਕਦੇ। ਅਗਲਾ ਸਵਾਲ ਹੈ ਜੀ ਕਿ ਇਹ ਬੈਕਲੌਗ ਕਦੋਂ ਖਤਮ ਹੋਊਗਾ। ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ, ਸਾਲ ਵੀ ਲੱਗ ਸਕਦਾ, 6 ਮਹੀਨੇ ਵੀ ਲੱਗ ਸਕਦੇ ਆ। ਸਾਨੂੰ ਵੈਸੇ ਉਮੀਦ ਆ ਵੀ ਜਦੋਂ ਆਹ ਹੋਰ 2-3 ਮਹੀਨੇ ਤੱਕ ਤੇਜ਼ੀ ਆਊਗੀ, ਪਰ ਅਜੇ ਕੁਝ ਕਹਿ ਨਹੀਂ ਸਕਦੇ। ਤੁਹਾਨੂੰ ਪਤਾ ਜਿਹੜੇ ਸਰਕਾਰੀ ਕੰਮਕਾਰ ਹੁੰਦੇ ਆ, ਡਿਲੇ ਹੁੰਦੀ ਹੈ ਇਹਨਾਂ 'ਚ। ਕੋਸ਼ਿਸ਼ ਤਾਂ ਸਰਕਾਰ ਕਰ ਰਹੀ ਹੈ ਬੈਕਲੌਗ ਖਤਮ ਕਰਨ ਦੀ, ਪਰ ਇਹਦੇ ਬਾਰੇ ਕੋਈ ਡੈਫੀਨੇਟ ਟਾਈਮ ਨਹੀਂ ਹੈਗਾ ਵੀ ਕਿੰਨੀ ਦੇਰ 'ਚ ਇਹ ਖਤਮ ਹੋਏਗਾ। ਉਦੋਂ ਬਾਅਦ B2 B1 B2 ਕਦੋਂ ਓਪਨ ਹੋਏਗਾ, ਇਹਦੇ ਬਾਰੇ ਜੀ 8 ਨਵੰਬਰ ਤੋਂ ਜਿਹੜਾ ਇੰਟਰਨੈਸ਼ਨਲ ਟਰੈਵਲ ਖੁੱਲ੍ਹ ਰਿਹਾ, ਤੇ ਸਰਕਾਰ ਨੇ ਕਿਹਾ ਵੀ 8 ਨਵੰਬਰ ਤੋਂ ਬਾਅਦ ਜਿਹੜੇ ਨੇ B1 B2 ਵੀਜ਼ਾ ਅਪਲਾਈ ਜਿਨ੍ਹਾਂ ਕੋਲ ਹੈਗਾ ਉਹ ਇੱਥੇ ਅਮਰੀਕਾ ਆ ਸਕਦੇ ਨੇ, ਜੇ ਉਹਨਾਂ ਨੇ ਵੈਕਸੀਨੇਸ਼ਨ ਕਰਾਈ ਆ ਅਤੇ ਉਹਨਾਂ ਨੇ ਜਿਹੜਾ ਹੈਗਾ ਨੈਗੇਟਿਵ ਰਿਪੋਰਟ ਉਹਨਾਂ ਕੋਲ ਹੈਗੀ ਆ ਕੋਵਿਡ ਟੈਸਟ ਦੀ। ਅਤੇ ਜਿਹੜੇ ਬੰਦੇ ਨਵਾਂ ਅਪਲਾਈ ਕਰਨਾ ਉਹ ਵੀ ਨਵੰਬਰ 'ਚ ਕਰ ਸਕਦੇ ਆ। 8 ਨਵੰਬਰ ਤੋਂ ਜਿਹੜੀ ਇੰਟਰਨੈਸ਼ਨਲ ਟਰੈਵਲ ਆ ਉਹ ਖੁੱਲ੍ਹੇਗੀ। ਸੋ ਇਹ ਸੀ ਤੁਹਾਡੇ ਸਵਾਲਾਂ ਦੇ ਜਵਾਬ, ਅਤੇ ਇਹਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੇਖਣ ਦਾ। ਅਗਲੇ ਵੀਕ ਫੇਰ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ ਦੀ ਵੀਡੀਓ ਨਾਲ। ਇਹਨੂੰ ਵੱਧ ਤੋਂ ਵੱਧ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਚੰਗਾ ਜੀ, ਸਤਿ ਸ਼੍ਰੀ ਅਕਾਲ।